ਸੋ ਸਤਿ ਸ਼੍ਰੀ ਅਕਾਲ ਜੀ। ਸੋ ਸਾਡਾ ਜਿਵੇਂ ਕਿ ਆਪਾਂ ਨੂੰ ਪਤਾ ਹੀ ਹੈ ਕਿ ਮੈਥ ਦਾ ਟੌਪਿਕ ਚੱਲ ਰਿਹਾ ਸੀਗਾ ਅਤੇ ਅੱਜ ਅਸੀਂ ਮੈਥ ਦੇ ਟੌਪਿਕ ਦੇ ਲੈਕਚਰ ਨੰਬਰ 2 'ਤੇ ਆਏ ਹੋਏ ਹਾਂ। ਇਹਦੇ 'ਚ ਅਸੀਂ ਕੀ ਸਮਝਣ ਦੀ ਕੋਸ਼ਿਸ਼ ਕਰਾਂਗੇ। ਸਭ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਕਿ ਅੱਜ ਅਸੀਂ ਜਿਹੜਾ ਟੌਪਿਕ ਕਰਨਾ ਹੈ ਨਾ, ਉਹਦਾ ਨਾਮ ਆ ਪ੍ਰੀਡੀਸਰਸ ਐਂਡ ਸਕਸੈਸਰਸ, ਮਤਲਬ ਅਗੇਤਰ ਪਿਛੇਤਰ। ਦੇਖੋ, ਅਸੀਂ ਜਦੋਂ ਵੀ ਮੈਥ ਦੇ ਵਿੱਚ ਅਗੇਤਰ ਪਿਛੇਤਰ ਦੀ ਗੱਲ ਕਰਦੇ ਹਾਂ ਤਾਂ ਸਾਨੂੰ ਇਹ ਗੱਲ ਸਮਝ ਆਉਣੀ ਚਾਹੀਦੀ ਹੈ ਕਿ 19 ਜੇ ਮੈਂ ਇਹਦੇ ਪਿਛੇਤਰ ਬਾਰੇ ਪਤਾ ਕਰਨਾ ਹੋਵੇ ਤਾਂ ਕੀ ਹੋਊਗਾ 18, ਇਹਦੇ ਅਗੇਤਰ ਬਾਰੇ ਪਤਾ ਕਰਨਾ ਹੋਵੇ ਤਾਂ ਕੀ ਹੋਊਗਾ 20। ਬੜਾ ਸਿੰਪਲ ਜਿਹਾ ਟੌਪਿਕ ਆ, ਕੋਈ ਔਖੀ ਗੱਲ ਹੈ ਨਹੀਂ, ਪਰ ਸਾਡੇ ਪੇਪਰਾਂ ਦੇ ਵਿੱਚ ਆਉਂਦਾ ਹੈ ਅਕਸਰ। ਹੁਣ ਜਿਵੇਂ ਕਿ ਸਾਨੂੰ ਚੰਗੀ ਤਰ੍ਹਾਂ ਪਤਾ ਲੱਗ ਗਿਆ ਕਿ ਅਗੇਤਰ ਪਿਛੇਤਰ ਕਿਵੇਂ ਪਤਾ ਕੀਤਾ ਹੈ। ਜੇ ਸਾਨੂੰ ਕਿਸੇ ਨੇ ਕਹਿਤਾ ਕਿ ਜੇ ਆਪਾਂ ਵੱਡੇ ਤੋਂ ਵੱਡੀ 3 ਅੰਕਾਂ ਦੀ ਸੰਖਿਆ ਲਿਖਣੀ ਹੋਵੇ ਤਾਂ ਸਾਨੂੰ ਪਤਾ ਹੈ ਕਿ 999 ਆਊਗੀ, ਕਿਉਂਕਿ ਇਸ 'ਚ ਇੱਕ ਸੰਖਿਆ ਹੋਰ ਜੋੜ ਦਈਏ ਤਾਂ 1000 ਬਣ ਜੂਗਾ ਅਤੇ 1000 4 ਅੰਕਾਂ ਦੀ ਸੰਖਿਆ ਹੈ। ਇਹਦਾ ਮਤਲਬ ਜੇ ਮੈਂ 3 ਅੰਕਾਂ ਦੀ ਵੱਡੇ ਤੋਂ ਵੱਡੀ ਸੰਖਿਆ ਦਾ ਅਗੇਤਰ ਪਤਾ ਕਰੂੰਗਾ ਤਾਂ ਉਹ ਛੋਟੀ ਤੋਂ ਛੋਟੀ 4 ਅੰਕਾਂ ਦੀ ਸੰਖਿਆ ਹੋਊਗੀ। 4 ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ ਦਾ ਅਗੇਤਰ 5 ਅੰਕਾਂ ਦੀ ਛੋਟੀ ਤੋਂ ਛੋਟੀ ਸੰਖਿਆ ਹੋਊਗੀ। 6 ਅੰਕਾਂ ਦੀ ਛੋਟੀ ਤੋਂ ਛੋਟੀ ਸੰਖਿਆ 6 ਅੰਕਾਂ ਦੀ ਛੋਟੀ ਤੋਂ ਛੋਟੀ ਸੰਖਿਆ ਦਾ ਪਿਛੇਤਰ 5 ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ ਹੋਊਗੀ। ਸੋ ਇਸ ਚੀਜ਼ ਨੂੰ ਸਾਨੂੰ ਸਮਝਣਾ ਬਹੁਤ ਜ਼ਰੂਰੀ ਆ, ਸਾਨੂੰ ਇਸ ਕਨਸੈਪਟ ਬਾਰੇ ਕਲੈਰਿਟੀ ਹੋਣੀ ਬਹੁਤ ਜ਼ਰੂਰੀ ਆ। ਠੀਕ ਆ, ਸੋ ਇਹ ਚੀਜ਼ਾਂ ਸਾਨੂੰ ਬਹੁਤ ਜ਼ਰੂਰੀ ਅਤੇ ਬਹੁਤ ਕਲੈਰਿਟੀ 'ਚ ਪਤਾ ਹੋਣੀਆਂ ਚਾਹੀਦੀਆਂ। ਸੋ ਨੈਕਸਟ ਅੱਗੇ ਦੇਖਦੇ ਹਾਂ। ਜਿਵੇਂ ਸਪੋਜ਼ ਕਰੋ ਕੁਛ ਫੈਕਟਸ ਨੇ ਜਿਹੜੇ ਕਿ ਸਾਨੂੰ ਸਾਡੇ ਹੋਲ ਨੰਬਰਸ, ਠੀਕ ਆ, ਸਾਡੇ ਨੈਚੁਰਲ ਨੰਬਰਸ ਬਾਰੇ ਆਲਰੇਡੀ ਪਤਾ ਹੋਣੇ ਚਾਹੀਦੇ ਆ। ਉਹ ਕੀ ਨੇ? ਜਿਵੇਂ ਸਪੋਜ਼ ਕਰੋ ਸਾਨੂੰ ਪਤਾ ਹੈ ਕਿ ਸਭ ਤੋਂ ਛੋਟੇ ਤੋਂ ਛੋਟਾ ਹੋਲ ਨੰਬਰ, ਯਾਨੀ ਕਿ ਛੋਟੀ ਤੋਂ ਛੋਟੀ ਪੂਰਨ ਸੰਖਿਆ ਜਿਹੜੀ ਆ ਉਹ ਕੀ ਆ ਭਲਾ? 0। 0 ਤੋਂ ਹੀ ਸ਼ੁਰੂ ਹੁੰਦੇ ਆ ਪੂਰਨ ਸੰਖਿਆਵਾਂ, ਇਸ ਕਰਕੇ 0 ਛੋਟੀ ਤੋਂ ਛੋਟੀ ਹੋਲ ਨੰਬਰ ਆ। ਸਾਰੇ ਨੈਚੁਰਲ ਨੰਬਰਸ ਹੋਲ ਨੰਬਰ ਹੁੰਦੇ ਆ। ਇਹ ਗੱਲ ਮੈਂ ਤੁਹਾਨੂੰ ਪਿਛਲੇ ਲੈਕਚਰ 'ਚ ਦੱਸ ਚੁੱਕਿਆ, ਕਿਉਂਕਿ ਜੇ ਤੁਸੀਂ ਇਸ ਲੈਕਚਰ ਨੂੰ ਪਿਛਲੇ ਲੈਕਚਰ ਦੇ ਨਾਲ ਜੋੜ ਕੇ ਦੇਖੋਗੇ ਤਾਂ ਤੁਹਾਨੂੰ ਲੱਗੂਗਾ ਕਿ ਕੋਈ ਵੀ ਚੀਜ਼ ਅਜੀਬ ਨਹੀਂ, ਕਿਉਂਕਿ ਮੈਂ ਤੁਹਾਨੂੰ ਇੱਕ ਗੱਲ ਦੱਸ ਚੁੱਕਿਆ ਕਿ ਇਹ ਹੋਲ ਨੰਬਰ ਜਿਹੜੇ ਆ ਉਹ ਸ਼ੁਰੂ ਹੁੰਦੇ ਆ 0 ਤੋਂ ਅਤੇ ਨੈਚੁਰਲ ਨੰਬਰ 1 ਤੋਂ ਸ਼ੁਰੂ ਹੁੰਦੇ ਆ। ਮਤਲਬ ਪੂਰਨ ਸੰਖਿਆਵਾਂ ਦੀ ਸ਼ੁਰੂਆਤ ਹੁੰਦੀ ਆ 0 ਤੋਂ ਅਤੇ ਪ੍ਰਕ੍ਰਿਤਿਕ ਸੰਖਿਆਵਾਂ ਦੀ ਸ਼ੁਰੂਆਤ ਹੁੰਦੀ ਆ 1 ਤੋਂ। ਸਾਰੀ ਦੀਆਂ ਸਾਰੀਆਂ ਪ੍ਰਕ੍ਰਿਤਿਕ ਸੰਖਿਆਵਾਂ ਪੂਰਨ ਸੰਖਿਆਵਾਂ ਤਾਂ ਹੁੰਦੀਆਂ, ਪਰ ਸਾਰੀ ਦੀਆਂ ਸਾਰੀਆਂ ਪੂਰਨ ਸੰਖਿਆਵਾਂ ਪ੍ਰਕ੍ਰਿਤਿਕ ਨਹੀਂ ਹੋ ਸਕਦੀਆਂ। ਇਹਦਾ ਜਵਾਬ ਇਹ ਆ ਕਿ 0 ਜਿਹੜੀ ਆ, 0 ਆ ਜਿਹੜੀ, ਉਹ ਇੱਕ ਪੂਰਨ ਸੰਖਿਆ ਤਾਂ ਹੈਗੀ ਆ ਪਰ ਪ੍ਰਕ੍ਰਿਤਿਕ ਸੰਖਿਆ ਨਹੀਂ ਗੀ। ਸੋ ਇਹ ਵੀ ਆਪਾਂ ਨੂੰ ਗੱਲ ਸਮਝ ਆ ਗਈ। ਨੈਕਸਟ, ਛੋਟੀ ਤੋਂ ਛੋਟੀ ਪ੍ਰਕ੍ਰਿਤਿਕ ਸੰਖਿਆ 1 ਆ, ਇਹ ਵੀ ਆਪਾਂ ਨੂੰ ਗੱਲ ਸਮਝ ਆ ਗਈ। ਨੈਚੁਰਲ ਨੰਬਰ ਜਿਹੜਾ 1 ਆ, ਜਿਹੜੀ 1 ਨਾਮ ਦੀ ਪ੍ਰਕ੍ਰਿਤਿਕ ਸੰਖਿਆ ਹੈ, ਇਹਦਾ ਕੋਈ ਵੀ ਪਿਛੇਤਰ ਨਹੀਂ ਹੁੰਦਾ, ਕਿਉਂਕਿ ਇਹਦਾ ਪਿਛੇਤਰ ਆ 0 ਅਤੇ 0 ਕੋਈ ਪ੍ਰਕ੍ਰਿਤਿਕ ਸੰਖਿਆ ਨਹੀਂ ਗੀ। ਪੇਪਰ 'ਚ ਆ ਸਕਦਾ ਹੈ ਕਿ ਕਿਸ ਪ੍ਰਕ੍ਰਿਤਿਕ ਸੰਖਿਆ ਦਾ ਪਿਛੇਤਰ ਨਹੀਂ ਹੁੰਦਾ। ਵਿਚ ਆਫ ਦੀ ਫੋਲੋਇੰਗ ਨੈਚੁਰਲ ਨੰਬਰ ਹੈਜ਼ ਨੋ ਪ੍ਰੈਡੀਸੇਸਰ। ਸੋ 1 ਦਾ ਕੋਈ ਵੀ ਪਿਛੇਤਰ ਨਹੀਂ ਹੋਊਗਾ। ਤੁਸੀਂ ਕਹੋਗੇ ਸਰ 1 ਦਾ ਪਿਛੇਤਰ 0 0 ਹੁੰਦਾ ਤਾਂ ਹੈ ਆ, ਪਰ ਉਹ ਆਪਣੇ ਆਪ 'ਚ ਕੋਈ ਨੈਚੁਰਲ ਨੰਬਰ ਨਹੀਂ ਹੈਗਾ, ਪ੍ਰਕ੍ਰਿਤਿਕ ਸੰਖਿਆ ਨਹੀਂ ਹੈਗੀ। 0 ਨਾਮ ਦੀ ਪੂਰਨ ਸੰਖਿਆ ਦਾ ਕੋਈ ਪਿਛੇਤਰ ਨਹੀਂ। 0 ਦਾ ਪਿਛੇਤਰ -1 ਆ, ਪਰ ਉਹ ਇੱਕ ਹੋਲ ਨੰਬਰ ਯਾਨੀ ਕਿ ਪੂਰਨ ਸੰਖਿਆ ਨਹੀਂ ਹੈਗੀ। ਸੋ ਸਾਨੂੰ ਇਹ ਸਾਰੀਆਂ ਗੱਲਾਂ ਕਲੀਅਰ ਹੋ ਗਈਆਂ, ਸਾਰੇ ਕਨਸੈਪਟ ਕਲੀਅਰ ਹੋ ਗਏ। ਸੋ ਸਾਨੂੰ ਸਭ ਤੋਂ ਪਹਿਲੀ ਗੱਲ ਕਹਿੰਦੇ ਆ ਕਿ ਜੇ ਸਾਨੂੰ ਮੈਥ ਆਉਣਾ ਚਾਹੀਦਾ ਹੈ ਨਾ, ਅਤੇ ਸਾਨੂੰ ਸਭ ਤੋਂ ਪਹਿਲਾਂ ਇਹ ਪਤਾ ਹੋਣਾ ਚਾਹੀਦਾ ਸੀਗਾ ਕਿ ਹੋਲ ਨੰਬਰ ਕੀ ਨੇ, ਨੈਚੁਰਲ ਨੰਬਰ ਕੀ ਨੇ। ਇਸ ਤੋਂ ਬਿਨਾਂ ਵੀ ਸਾਨੂੰ ਕੁਛ ਚੀਜ਼ਾਂ ਹੋਰ ਨੇ ਜਿਹੜੀਆਂ ਪਤਾ ਹੋਣੀਆਂ ਚਾਹੀਦੀਆਂ। ਉਹ ਕੀ ਨੇ? ਹੁਣ ਮੈਂ ਉਹ ਲਿਖ ਕੇ ਦਿਖਾ ਰਿਹਾ ਤੁਹਾਨੂੰ, ਬਹੁਤ ਇੰਪੋਰਟੈਂਟ। ਇੱਕ ਹੁੰਦੇ ਆ ਜੀ ਈਵਨ ਨੰਬਰ, ਜਿਹਨੂੰ ਆਪਾਂ ਪੰਜਾਬੀ 'ਚ ਕਹਿੰਦੇ ਆ ਜਿਸਤ ਸੰਖਿਆਵਾਂ। ਇੱਕ ਹੁੰਦੇ ਆ ਜੀ ਔਡ ਨੰਬਰ, ਜਿਨ੍ਹਾਂ ਨੂੰ ਆਪਾਂ ਪੰਜਾਬੀ 'ਚ ਕਹਿੰਦੇ ਆ ਟਾਂਕ ਸੰਖਿਆਵਾਂ। ਹੁਣ ਇਹ ਜਿਸਤ ਅਤੇ ਟਾਂਕ ਦਾ ਕੀ ਮਤਲਬ ਬਣਦਾ ਹੈ? ਬੇਸਿਕਲੀ ਜਿਸਤ ਅਤੇ ਟਾਂਕ ਦਾ ਮਤਲਬ ਕੀ ਹੁੰਦਾ ਸਮਝੋ। ਜਿਹੜੇ ਨੰਬਰ 2 ਦੇ ਭਾਗ ਹੋਣ, 2 4 6 8 ਅਤੇ ਇਸ ਤਰੀਕੇ ਨਾਲ, ਇਹ ਸਾਰੀਆਂ ਹੁੰਦੀਆਂ ਹੈ ਜਿਸਤ ਸੰਖਿਆਵਾਂ। ਅਤੇ ਜਿਹੜੇ 2 ਦੇ ਭਾਗ ਨਹੀਂ ਹੋਣਗੇ ਉਹ ਟਾਂਕ। 1 3 5 7 9 11 ਇਸ ਤਰੀਕੇ ਨਾਲ। ਜਿਹੜੀਆਂ 1 2 ਦੇ ਭਾਗ ਹੋਣਗੀਆਂ ਉਹ ਜਿਸਤ ਸੰਖਿਆਵਾਂ, ਜਿਹੜੀਆਂ 2 ਦੇ ਭਾਗ ਨਹੀਂ ਹੋਣਗੀਆਂ ਉਹ ਟਾਂਕ ਸੰਖਿਆਵਾਂ।
ਤੇ ਇੱਕ ਗੱਲ ਯਾਦ ਰੱਖਿਓ, ਇਹਨਾਂ ਦੀ ਸ਼ੁਰੂਆਤ ਪ੍ਰਕਿਰਤਿਕ ਸੰਖਿਆਵਾਂ ਤੋਂ ਹੀ ਹੁੰਦੀ ਹੈ। ਨੈਚੁਰਲ ਨੰਬਰ, ਨੈਚੁਰਲ ਨੰਬਰ ਤੁਹਾਨੂੰ ਪਤਾ ਹੈ ਕਿ 1 ਹੁੰਦਾ ਹੈ, 2 ਹੁੰਦਾ ਹੈ, 3 ਹੁੰਦਾ ਹੈ, 4 ਹੁੰਦਾ ਹੈ, 5 ਹੁੰਦਾ ਹੈ, 6 ਹੁੰਦਾ ਹੈ, 7 ਤੇ ਐਵੇਂ। ਇਹਨਾਂ 'ਚੋਂ ਜਿਹੜੇ ਜਿਹੜੇ ਟਾਂਕ ਨੇ ਉਹ 1 ਆ, 3 ਆ, 5 ਆ, 7 ਆ, 9 ਆ, ਤੇ ਜਿਹੜੇ ਜਿਹੜਿਆਂ ਦੇ ਮੈਂ ਗੋਲੇ ਡਰਾ ਕਰਤੇ ਇਹ ਸਾਰੀਆਂ ਜਿਸਤ ਸੰਖਿਆਵਾਂ ਹੈ। ਇਹਦਾ ਮਤਲਬ ਇੱਕ ਜਿਸਤ ਜਾਂ ਟਾਂਕ ਈਵਨ ਜਾਂ ਔਡ ਹੋਣ ਵਾਸਤੇ ਤੁਹਾਨੂੰ ਸਭ ਤੋਂ ਪਹਿਲਾਂ ਪ੍ਰਕਿਰਤਿਕ ਸੰਖਿਆ ਯਾਨੀ ਕਿ ਨੈਚੁਰਲ ਨੰਬਰ ਹੋਣਾ ਜ਼ਰੂਰੀ ਆ। ਹੁਣ ਸਾਨੂੰ ਇਹ ਵੀ ਪਤਾ ਲੱਗ ਗਿਆ ਕਿ ਬਈ ਕਹਾਣੀ ਕੀ ਆ। ਅਸੀਂ ਇਸ ਕਹਾਣੀ ਨੂੰ ਥੋੜ੍ਹਾ ਜਿਹਾ ਅੱਗੇ ਲੈ ਕੇ ਗਏ ਕਿ ਸਭ ਤੋਂ ਪਹਿਲਾਂ ਤਾਂ ਸਾਨੂੰ ਪਤਾ ਲੱਗਿਆ ਕਿ ਸੰਪੂਰਨ ਸੰਖਿਆਵਾਂ ਕੀ ਨੇ, ਯਾਨੀ ਕਿ ਇੰਟੀਜਰਸ ਕੀ ਨੇ। ਇਹਨਾਂ 'ਚ ਇੱਕ ਹੁੰਦੇ ਆ ਰਿਣਾਤਮਕ ਯਾਨੀ ਕਿ ਨੈਗੇਟਿਵ, ਇੱਕ ਹੁੰਦੀ ਆ ਸਿਫਰ ਯਾਨੀ ਕਿ 0, ਇੱਕ ਹੁੰਦੇ ਆ ਗੁਣਨਾਤਮਕ ਯਾਨੀ ਕਿ ਪੋਜ਼ਿਟਿਵ, ਮਤਲਬ ਨੈਗੇਟਿਵ, 0 ਤੇ ਪੋਜ਼ਿਟਿਵ। ਜਿਹੜੇ ਆ ਪੋਜ਼ਿਟਿਵ ਨੰਬਰ ਹੁੰਦੇ ਆ, ਪਲੱਸ ਵਾਲੇ ਨੰਬਰ ਹੁੰਦੇ ਆ, ਇਹਨਾਂ ਨੂੰ ਹੀ ਆਪਾਂ ਪ੍ਰਕਿਰਤਿਕ ਸੰਖਿਆਵਾਂ ਕਹਿੰਦੇ ਆ, ਯਾਨੀ ਕਿ ਨੈਚੁਰਲ ਨੰਬਰ। ਇਹਨਾਂ ਦੇ ਵਿੱਚੋਂ ਹੀ ਅੱਗੇ ਦੋ ਚੀਜ਼ਾਂ ਨਿਕਲ ਕੇ ਆਉਂਦੀਆਂ ਹੈ। ਕੀ ਪਤਾ, ਜਾਂ ਤਾਂ ਕੋਈ ਚੀਜ਼ ਜਿਸਤ ਹੋਊਗੀ ਜਾਂ ਕੋਈ ਚੀਜ਼ ਕੀ ਹੋਊਗੀ, ਟਾਂਕ ਹੋਊਗੀ। ਆਹ ਚੀਜ਼ ਤੁਸੀਂ ਆਪਣੇ ਟੇਬਲ ਨੂੰ ਬਣਾ ਸਕਦੇ ਹੋ, ਕਿਉਂਕਿ ਮੈਂ ਹਰ ਚੀਜ਼ ਦਾ ਮਤਲਬ ਦੱਸਿਆ ਹੈ। ਮੈਂ ਕੀ ਮਤਲਬ ਦੱਸਿਆ ਹੈ ਕਿ ਹਰ ਇੱਕ ਚੀਜ਼ ਨੂੰ ਪੰਜਾਬੀ 'ਚ ਕੀ ਕਹਿੰਦੇ ਆ, ਮੈਂ ਉਹਦੀ ਵੀ ਕਲੈਰਿਟੀ ਕੀਤੀ ਹੈ। ਉਦਾਹਰਨ ਦੇ ਤੌਰ 'ਤੇ ਸੰਪੂਰਨ ਸੰਖਿਆਵਾਂ, ਰਿਣਾਤਮਕ, ਸਿਫਰ, ਗੁਣਨਾਤਮਕ। ਤੇ ਜੇ ਮੈਂ ਇਹ ਕਹਾਂ ਕਿ ਇਹਨਾਂ ਗੁਣਨਾਤਮਕ ਨੂੰ ਹੀ ਪ੍ਰਕਿਰਤਿਕ ਸੰਖਿਆਵਾਂ ਕਹਿੰਦੇ ਆ ਤਾਂ ਮੈਂ ਪੰਜਾਬੀ 'ਚ ਉਹ ਵੀ ਦੱਸਤਾ। ਜੇ ਮੈਂ ਕਹਾਂ ਕਿ ਮੈਂ ਸਿਫਰ ਯਾਨੀ ਕਿ ਸਿਫਰ ਦੇ ਵਿੱਚ ਸਾਰੀਆਂ ਪ੍ਰਕਿਰਤਿਕ ਸੰਖਿਆਵਾਂ ਜੋੜਦਾ ਤਾਂ ਇਹ ਬਣ ਜਾਣਗੀਆਂ ਪੂਰਨ ਸੰਖਿਆਵਾਂ ਯਾਨੀ ਕਿ ਹੋਲ ਨੰਬਰਸ। ਸੋ ਜੋ ਕੁਝ ਮੈਂ ਤੁਹਾਨੂੰ ਬੋਲ ਕੇ ਦੱਸਿਆ ਹੈ, ਪੰਜਾਬੀ ਵਾਲਿਆਂ ਨੂੰ ਮੈਂ ਬੋਲ ਕੇ ਦੱਸਤਾ, ਅੰਗਰੇਜ਼ੀ ਵਾਲਿਆਂ ਨੂੰ ਮੈਂ ਲਿਖ ਕੇ ਸੁਣਾਤਾ। ਤੁਸੀਂ ਆਪਣੇ ਹਿਸਾਬ ਨਾਲ ਇਸ ਚੀਜ਼ ਨੂੰ ਨੋਟ ਕਰ ਸਕਦੇ ਹੋ। ਇੰਟੀਜਰਸ ਯਾਨੀ ਕਿ ਸੰਪੂਰਨ ਸੰਖਿਆਵਾਂ ਦੀਆਂ ਉਦਾਹਰਨਾਂ -5, -4, -3, -2, -1, 0, 1, 2, 3 ਜੋ ਮਰਜ਼ੀ ਲਿਖੀ ਜਾਓ। ਨੈਗੇਟਿਵ ਨੰਬਰਸ ਦੀਆਂ, ਰਿਣਾਤਮਕ ਦੀਆਂ -3, -4, -5 ਜੋ ਮਰਜ਼ੀ। ਸਿਫਰ ਤਾਂ ਸਿਫਰ, ਗੁਣਨਾਤਮਕ ਦੀਆਂ 1, 2, 3, 4, 5 ਜੋ ਮਰਜ਼ੀ। ਉਹਨਾਂ 'ਚੋਂ ਈਵਨ 2, 4, 6, ਔਡ 3, 5, 7, 9 ਜੋ ਮਰਜ਼ੀ। ਸੋ ਸਣੇ ਉਦਾਹਰਨਾਂ ਵਿਦ ਐਗਜ਼ਾਮਪਲਸ ਮੈਂ ਇੱਕ ਚੀਜ਼ ਐਕਸਪਲੇਨ ਕਰਨ ਦੀ ਕੋਸ਼ਿਸ਼ ਕੀਤੀ ਹੈ, ਅਤੇ ਮੈਂ ਆਪਣੇ ਆਪ ਨੂੰ ਬਹੁਤ ਬਚਾਇਆ ਹੈ ਕਿ ਮੈਂ ਨਾ ਤਾਂ ਡੈਸੀਮਲਸ ਦੀ ਗੱਲ ਕਰਾਂ, ਦਸ਼ਮਲਵ ਦੀ ਗੱਲ ਕਰਾਂ, ਅਤੇ ਨਾ ਫਰੈਕਸ਼ਨ ਦੀ ਗੱਲ ਕਰਾਂ ਯਾਨੀ ਕਿ ਭਿੰਨ ਦੀ। ਨੋਰਮਲ ਮੈਥ ਆਹੀ ਆ। 6ਵੀਂ ਕਲਾਸ ਤੋਂ ਸ਼ੁਰੂ ਹੋ ਕੇ 9ਵੀਂ ਕਲਾਸ ਤੱਕ ਦੇ ਭੰਬਲ ਭੂਸਿਆਂ 'ਚ ਜਿਹੜਾ ਮੈਥ ਤੁਹਾਨੂੰ ਪਾਉਂਦਾ ਹੈ ਅਤੇ ਸਾਨੂੰ ਨਹੀਂ ਆਉਂਦਾ, ਉਹ ਆਹੀ ਮੈਥ ਆ। ਜੇ ਇਹ ਚੰਗੇ ਤਰੀਕੇ ਨਾਲ ਹੱਲ ਹੋਇਆ ਹੋਵੇ ਤੇ ਮਸਲਾ ਆਪਣੇ ਆਪ ਹੱਲ ਹੋ ਜੇ। ਸੋ ਉਮੀਦ ਕਰਦਾ ਕਿ ਤੁਹਾਨੂੰ ਇਹ ਕਹਾਣੀ ਜਿਹੜੀ ਹੈ ਚੰਗੀ ਤਰ੍ਹਾਂ ਸਮਝ ਆ ਗਈ ਹੋਊਗੀ। ਸੋ ਜ਼ਿਆਦਾ ਸਮਾਂ ਨਾ ਖਰਾਬ ਕਰਦੇ ਹੋਏ ਅਸੀਂ ਆਪਣੇ ਟੌਪਿਕ 'ਤੇ ਵਾਪਸ ਚੱਲਦੇ ਹਾਂ। ਹੁਣ ਆਪਾਂ ਇਹਨਾਂ ਸੰਖਿਆਵਾਂ ਦੀਆਂ ਕੁਝ ਵਿਸ਼ੇਸ਼ਤਾਵਾਂ ਸਮਝਦੇ ਹਾਂ। ਜਿਵੇਂ ਸਾਨੂੰ ਕਈ ਵਾਰੀ ਕਈ ਵਿਸ਼ੇਸ਼ਤਾਵਾਂ ਮੈਥ ਦੀਆਂ ਪਤਾ ਹੀ ਨਹੀਂ ਹੁੰਦੀਆਂ, ਅਸੀਂ ਉਸ ਕਰਕੇ ਲੋਕਾਂ ਨੂੰ ਜਾਦੂਗਰ ਸਮਝ ਲੈਂਦੇ ਹਾਂ, ਮੈਥ ਦੇ ਜਾਦੂਗਰ, ਕਿ ਬਈ ਆਹ ਬੰਦਾ ਮੈਥ 'ਚ ਇੱਕ ਜਾਦੂ ਕਰਕੇ ਦਿਖਾਊਗਾ। ਕਿਵੇਂ ਕਿ 10/10/10 ਉਹ ਕਹਿਣਗੇ ਜੀ ਕਿ ਤੁਸੀਂ ਇਹਦਾ ਹੱਲ ਕਰਕੇ ਦਿਓ ਕਿ ਇਹਦਾ ਹੱਲ ਕੀ ਆ। ਠੀਕ ਆ, ਤੁਸੀਂ ਕਹੋਗੇ ਸਰ 10/10 1, 10/10 1, ਤਾਂ ਇਹ ਆ ਜਾਊਗਾ ਜੀ 1/1 1। ਫਿਰ ਉਹ ਕਹਿਣਗੇ ਕਿ ਕੈਲਕੂਲੇਟਰ 'ਤੇ ਕੈਲਕੂਲੇਟ ਕਰਕੇ ਦਿਖਾਓ। ਠੀਕ ਆ, ਫਿਰ ਸ਼ਾਇਦ ਉਹਦਾ ਆਨਸਰ ਉਹ ਕੱਢਣਗੇ 0.01 ਆਈ ਥਿੰਕ। ਠੀਕ ਆ, ਹਾਂ 1/10 ਅਤੇ ਹਾਂ 0.01 0.01। ਤੁਸੀਂ ਕਹੋਗੇ ਕਮਾਲ ਦੀ ਗੱਲ, ਸਾਨੂੰ ਤਾਂ ਮੈਥ ਆਉਂਦਾ ਹੀ ਨਹੀਂ। ਕਿੱਥੇ ਟਰੈਪ ਕਰ ਗਏ ਹੋ ਤੁਹਾਨੂੰ, ਕਿਉਂਕਿ ਉਹ ਮੈਥ ਦੀਆਂ ਕੁਝ ਵਿਸ਼ੇਸ਼ਤਾਵਾਂ ਜਾਣਦੇ ਆ, ਕੁਝ ਪ੍ਰੋਪਰਟੀਜ਼ ਜੋ ਸੰਖਿਆਵਾਂ 'ਤੇ ਲੱਗਦੀਆਂ। ਤੁਸੀਂ ਜਦੋਂ ਇਹਨਾਂ ਪ੍ਰੋਪਰਟੀਜ਼ ਵਿਸ਼ੇਸ਼ਤਾਵਾਂ ਨੂੰ ਪੜ੍ਹੋਗੇ ਤਾਂ ਤੁਸੀਂ ਕਹੋਗੇ ਸਰ ਤੁਸੀਂ ਸਾਡਾ ਟਾਈਮ ਖਰਾਬ ਕਰ ਰਹੇ ਹੋ, ਇਹ ਤਾਂ ਸਾਨੂੰ ਪਤਾ ਹੀ ਆ। ਜੇ ਤੁਹਾਨੂੰ ਪਤਾ ਹੁੰਦਾ ਤਾਂ ਫਿਰ ਤੁਹਾਨੂੰ ਆ ਵੀ ਪਤਾ ਹੋਣਾ ਸੀ। ਸੋ ਮੈਥ ਦੀਆਂ ਕੁਝ ਪ੍ਰੋਪਰਟੀਜ਼ ਇਸ ਕਰਕੇ ਤਾਂ ਕਿ ਤੁਸੀਂ ਸੰਖਿਆਵਾਂ ਦੇ ਜੋੜਨ ਘਟਾਓ, ਗੁਣਾ ਅਤੇ ਭਾਗ, ਮਲਟੀਪਲਾਈ, ਡਿਵੀਜ਼ਨ, ਪਲੱਸ ਐਂਡ ਮਾਈਨਸ, ਐਡ ਐਂਡ ਸਬਸਟ੍ਰੈਕਸ਼ਨ, ਤੁਸੀਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਲਾਗੂ ਕਰ ਸਕੋ ਆਪਣੀ ਜ਼ਿੰਦਗੀ 'ਚ। ਸਭ ਤੋਂ ਪਹਿਲੀ ਮੈਥ ਦੀ ਇੱਕ ਪ੍ਰੋਪਰਟੀ ਆ, ਉਹਨੂੰ ਕਹਿੰਦੇ ਆ ਕਰਮ ਵਟਾਂਦਰਾ, ਮਤਲਬ ਕੋਮੂਟੇਟਿਵ ਹੋਣਾ। ਕੀ ਮਤਲਬ ਇਹਦਾ, ਕਿ ਤੁਸੀਂ A 'ਚ B ਜੋੜ ਦਿਓ ਅਤੇ B 'ਚ A ਜੋੜ ਦਿਓ, ਕੋਈ ਫਰਕ ਨਹੀਂ ਪੈਂਦਾ। ਇਹ ਚੀਜ਼ ਤੁਸੀਂ ਗੁਣਾ 'ਚ ਵੀ ਲਾਗੂ ਕਰ ਸਕਦੇ ਹੋ। A ਨਾਲ B ਗੁਣਾ ਕਰ ਦਿਓ ਅਤੇ B ਨਾਲ A ਗੁਣਾ ਕਰ ਦਿਓ, ਫਰਕ ਕੋਈ ਨਹੀਂ ਪੈਂਦਾ।
ਉਦਾਹਰਨ ਦੇ ਤੌਰ ਤੇ ਤੁਸੀਂ 8 'ਚ 4 ਜੋੜ ਦਿਓ, ਚਾਹੇ 4 'ਚ 8 ਜੋੜ ਦਿਓ, 8 ਨਾਲ 4 ਗੁਣਾ ਕਰ ਦਿਓ, ਚਾਹੇ 4 ਨਾਲ 8 ਗੁਣਾ ਕਰ ਦਿਓ, ਕੋਈ ਫਰਕ ਨਹੀਂ ਹੈਗਾ। ਪਰ ਕੀ ਤੁਸੀਂ ਇਹ ਵਿਸ਼ੇਸ਼ਤਾ ਭਾਗ ਤੇ ਲਾ ਮਾਈਨਸ ਤੇ ਲਾ ਸਕਦੇ ਹੋ? 8 - 4 ਤੁਹਾਨੂੰ ਪਤਾ ਹੈ ਕਿ 8 - 4 4 ਹੁੰਦਾ ਹੈ। ਕੀ ਤੁਸੀਂ ਇਹਨੂੰ 4 - 8 ਦੇ ਬਰਾਬਰ ਲਿਖ ਸਕਦੇ ਹੋ ਕਿ 8 - 4 ਬਰਾਬਰ ਹੈ 4 - 8? ਕਿਉਂਕਿ 4 - 8 4 ਨਹੀਂ ਹੁੰਦਾ, ਕਈਆਂ ਨੂੰ ਤਾਂ ਘਟਾਓ ਨਹੀਂ ਕਰਨਾ ਆਉਂਦਾ, ਮੈਂ ਸਿਖਾਉਣਾ। ਜਦੋਂ 4 ਦੇ ਅੱਗੇ ਕੋਈ ਚਿੰਨ੍ਹ ਨਹੀਂ ਪਿਆ ਤਾਂ ਤੁਸੀਂ ਮੰਨ ਲਓ ਤਾਂ ਇਹਦੇ ਅੱਗੇ ਪਲੱਸ ਦਾ ਚਿੰਨ੍ਹ ਆ। ਹੁਣ 8 ਦੇ ਅੱਗੇ ਕਿਹੜਾ ਚਿੰਨ੍ਹ? ਮਾਈਨਸ ਦਾ। ਜਦੋਂ ਇੱਕ ਚਿੰਨ੍ਹ ਪਲੱਸ ਦਾ ਹੋਵੇ ਤੇ ਇੱਕ ਮਾਈਨਸ ਦਾ ਹੋਵੇ, ਇਹ ਤਾਂ ਸ਼ਿਓਰ ਆ ਕਿ ਇਹਨਾਂ ਨੇ ਆਪਸ 'ਚ ਘਟਾਓ ਹੀ ਹੋਣਾ ਹੈ। ਤੇ ਅੱਗੇ ਚਿੰਨ੍ਹ ਵਰਤਿਆ ਜਾਣਾ ਹੈ ਵੱਡੇ ਵਾਲਾ। ਵੱਡਾ ਸੀ 8, ਉਹਦੇ ਅੱਗੇ ਚਿੰਨ੍ਹ ਮਾਈਨਸ ਦਾ ਸੀ। 8 - 4 ਤੇ ਵੀ ਇਹੀ ਸਿਧਾਂਤ ਲੱਗਿਆ। 8 ਦੇ ਅੱਗੇ ਕੋਈ ਚਿੰਨ੍ਹ ਨਹੀਂ, ਮਤਲਬ ਪਲੱਸ ਦਾ ਹੈ। 8 ਦੇ ਅੱਗੇ ਪਲੱਸ ਦਾ, 4 ਦੇ ਅੱਗੇ ਮਾਈਨਸ ਦਾ। ਇੱਕ ਦੇ ਅੱਗੇ ਚਿੰਨ੍ਹ ਪਲੱਸ ਦਾ ਹੋਵੇ, ਇੱਕ ਦੇ ਅੱਗੇ ਮਾਈਨਸ ਦਾ ਹੋਵੇ ਤਾਂ ਇਹ ਘਟਣਗੇ। ਤੇ ਜਦੋਂ ਘਟ ਕੇ ਆਊਗਾ ਤੇ ਚਿੰਨ੍ਹ ਅੱਗੇ ਵੱਡੇ ਵਾਲਾ ਯਾਨੀ ਕਿ ਪਲੱਸ ਵਾਲਾ, ਤੇ ਪਲੱਸ ਦਾ ਚਿੰਨ੍ਹ ਅੱਗੇ ਸ਼ੋਅ ਕਰਨ ਦੀ ਜਾਂ ਉਹਨੂੰ ਅੱਗੇ ਦਿਖਾਉਣ ਦੀ ਕੋਈ ਬਹੁਤੀ ਲੋੜ ਨਹੀਂ ਹੁੰਦੀ। ਇਸ ਕਰਕੇ ਤੁਸੀਂ ਆਪ ਸਮਝੋ ਕਿ 8 - 4 ਤੇ 4 - 8 ਆਪਸ 'ਚ ਬਰਾਬਰ ਨਹੀਂ ਹੁੰਦੇ। ਇਸ ਕਰਕੇ ਕਿਸੇ ਦੇ ਵੀ ਕ੍ਰਮ ਵਟਾਂਦਰੇ ਦੀ ਜਿਹੜੀ ਪ੍ਰੋਪਰਟੀ ਹੈ, ਵਿਸ਼ੇਸ਼ਤਾ ਹੈ, ਉਹ ਇੱਥੇ ਨਹੀਂ ਲੱਗਦੀ। ਜਿਵੇਂ ਉਦਾਹਰਨ ਦੇ ਤੌਰ ਤੇ ਕਿ a - b ਤੇ b - a ਆਪਸ 'ਚ ਬਰਾਬਰ ਨਹੀਂ ਹੁੰਦੇ। ਸੇਮ 8/4 2 ਹੁੰਦਾ ਹੈ ਤੇ 4/8 1/2 ਹੁੰਦਾ ਹੈ, ਇਹ ਵੀ ਆਪਸ 'ਚ ਬਰਾਬਰ ਨਹੀਂ। ਇਸ ਕਰਕੇ ਕਰਮ ਵਟਾਂਦਰੇ ਦਾ ਜਿਹੜੀ ਵਿਸ਼ੇਸ਼ਤਾ ਹੈ ਉਹ ਸਿਰਫ ਜਾਂ ਤਾਂ ਜੋੜ ਤੇ ਲੱਗਦੀ ਹੈ ਤੇ ਜਾਂ ਗੁਣਾ ਤੇ ਲੱਗਦੀ ਹੈ, ਨਾ ਭਾਗ ਤੇ ਲੱਗਦੀ ਹੈ ਤੇ ਨਾ ਘਟਾਓ ਤੇ ਲੱਗਦੀ ਹੈ। ਸੋ ਇਸ ਤਰੀਕੇ ਦੀਆਂ ਪ੍ਰੋਪਰਟੀਆਂ ਸਾਨੂੰ ਪਤਾ ਹੋਣੀਆਂ ਚਾਹੀਦੀਆਂ। ਅੱਗੇ ਸਹਿਚਾਰਤਾ, ਉਹਨੂੰ ਕਹਿੰਦੇ ਆ ਐਸੋਸੀਏਟਿਵ ਹੋਣਾ। ਮਤਲਬ ਤੁਸੀਂ ਕੀ ਕਰ ਸਕਦੇ ਹੋ? a + b ਨੂੰ ਪਹਿਲਾਂ ਜੋੜ ਕੇ ਫਿਰ ਉਹਦੇ 'ਚ c ਜੋੜ ਸਕਦੇ ਹੋ, ਤੇ a ਨੂੰ ਬਾਅਦ 'ਚ ਪਹਿਲਾਂ b + c ਨੂੰ ਜੋੜ ਕੇ a ਨੂੰ ਬਾਅਦ 'ਚ ਜੋੜ ਸਕਦੇ ਹੋ। ਇਹ ਚੀਜ਼ ਤੁਸੀਂ ਪਲੱਸ 'ਚ ਵੀ ਕਰ ਸਕਦੇ ਹੋ ਤੇ ਤੁਸੀਂ ਗੁਣਾ 'ਚ ਵੀ ਕਰ ਸਕਦੇ ਹੋ। a × b ਨੂੰ ਪਹਿਲਾਂ ਗੁਣਾ ਕਰਕੇ ਇਹਨੂੰ c ਨਾਲ ਗੁਣਾ ਕਰ ਦਿਓ, ਜਾਂ a ਨੂੰ ਗੁਣਾ ਕਰੋ, ਪਹਿਲਾਂ ਤੁਸੀਂ b ਤੇ c ਨੂੰ ਗੁਣਾ ਕਰੋ, ਉਹਦੇ ਨਾਲ a ਗੁਣਾ ਕਰ ਦਿਓ। ਇਹ ਚੀਜ਼ ਤੁਸੀਂ ਡਿਵਾਈਡ 'ਚ ਨਹੀਂ ਕਰ ਸਕਦੇ ਜਾਂ ਘਟਾਓ 'ਚ ਨਹੀਂ ਕਰ ਸਕਦੇ ਕਿ a 'ਚੋਂ ਪਹਿਲਾਂ b ਨੂੰ ਘਟਾਓ ਫਿਰ ਉਹਦੇ 'ਚੋਂ c ਨੂੰ ਘਟਾ ਦਿਓ। ਠੀਕ ਹੈ, ਤਾਂ ਤੁਸੀਂ ਅੱਗੇ ਪਹਿਲਾਂ b 'ਚੋਂ c ਘਟਾ ਦਿਓ ਫਿਰ a ਨੂੰ ਘਟਾ ਦਿਓ। ਸੋ ਉਹ ਚੀਜ਼ ਤੁਸੀਂ ਨਹੀਂ ਕਰ ਸਕਦੇ। ਤੁਸੀਂ ਪਲੱਸ ਤੇ ਗੁਣਾ ਦੇ ਵਿੱਚ ਸਹਿਚਾਰਤਾ ਦਾ ਲੱਛਣ ਵੀ ਲਾ ਸਕਦੇ ਹੋ। ਤੀਸਰੀ ਚੀਜ਼ ਹੁੰਦੀ ਹੈ ਡਿਸਟਰੀਬਿਊਟਿਵ। ਠੀਕ ਆ, ਜਿਹਨੂੰ ਆਪਾਂ ਕਹਿੰਦੇ ਆ ਵੰਡਕਾਰੀ। ਇਹ ਚੀਜ਼ ਕਿਵੇਂ ਹੁੰਦੀ ਹੈ? a ਨੂੰ ਜੇ ਤੁਸੀਂ b ਜਮਾ c ਨਾਲ a ਗੁਣਾ ਕਰਨਾ ਹੈ, ਇਹਦਾ ਮਤਲਬ ਕੀ ਹੁੰਦਾ ਹੈ ਕਿ a × b, ਪਹਿਲਾਂ ਤੁਸੀਂ a ਨੂੰ b ਨਾਲ ਗੁਣਾ ਕਰੋ, ਜਮਾ ਫਿਰ a ਨੂੰ c ਨਾਲ ਗੁਣਾ ਕਰੋ। ਇਹ ਪ੍ਰੋਪਰਟੀ ਨੂੰ ਕਹਿੰਦੇ ਆ ਵੰਡਕਾਰੀ ਲੱਛਣ। ਮਤਲਬ ਕਿ ਆਹ ਚੀਜ਼ ਵੀ, ਜਿਹਨੂੰ ਆ ਨਹੀਂ ਸਮਝ ਆਈ, ਕੋਈ ਚੱਕਰ ਵਾਲੀ ਗੱਲ ਨਹੀਂ, ਇਹ ਅੱਗੇ ਜਾ ਕੇ ਜਿਵੇਂ ਜਿਵੇਂ ਮੈਥ 'ਚ ਲਾਗੂ ਹੁੰਦੀ ਜਾਊਗੀ ਇਹ ਸਮਝ ਆਉਂਦੇ ਰਹਣਗੇ। ਹੁਣ ਕੁਝ ਮਸਲੇ ਨੇ ਜਿਹੜੇ ਆਪਾਂ ਨੂੰ ਹੱਲ ਕਰਨੇ ਪੈਣੇ ਆ ਗੁਣਾ ਭਾਗ ਦੇ। ਜੇ ਆਪਾਂ ਇਹਨਾਂ ਚੀਜ਼ਾਂ ਨੂੰ ਸਮਝ ਗਏ ਚੰਗੀ ਤਰ੍ਹਾਂ ਤਾਂ ਤੁਸੀਂ ਸਮਝ ਲਓ ਕਿ ਤੁਹਾਡੀ ਕਹਾਣੀ ਕਲੀਅਰ ਹੋ ਗਈ। ਦੇਖੋ ਹੁਣ ਆਹ ਚੀਜ਼ ਬਹੁਤ ਇੰਪੋਰਟੈਂਟ ਆ ਜਿਹੜੀ ਮੈਂ ਇੱਥੇ ਲਿਖੀ ਆ। ਜੇ ਇਹ ਗੱਲ ਸਮਝ ਆ ਗਈ ਤਾਂ ਤੁਹਾਨੂੰ ਮੈਥ ਦਾ ਬੇਸਿਕਸ ਸਮਝ ਆ ਗਏ। ਜਿਵੇਂ ਇੱਕ ਚੀਜ਼ ਆ ਕਿ 15 ਨੂੰ 15 'ਚ 0 ਜੋੜੋ, ਸਿਫਰ ਕੁਛ ਵੀ ਨਹੀਂ ਹੁੰਦਾ। 15 'ਚ ਸਿਫਰ ਜਿਹਦੇ 'ਚ ਵੀ ਜੋੜੋਗੇ ਤਾਂ ਉਸ ਸੰਖਿਆ 'ਤੇ ਕੋਈ ਫਰਕ ਨਹੀਂ ਪਊਗਾ। 15 'ਚੋਂ ਸਿਫਰ ਨੂੰ ਘਟਾਓਗੇ ਤਾਂ 15 'ਤੇ ਕੋਈ ਫਰਕ ਨਹੀਂ ਪਊਗਾ। ਪਰ ਹਾਂ, ਜੇ ਤੁਸੀਂ 15 ਨੂੰ ਸਿਫਰ ਨਾਲ ਗੁਣਾ ਕਰੋਗੇ, 0 ਨਾਲ, 0 ਕਿਸੇ ਵੀ ਨੰਬਰ ਨਾਲ ਗੁਣਾ ਹੋ ਜੇ ਤਾਂ ਹਮੇਸ਼ਾ 0 ਕਰ ਦਿੰਦੀ ਉਹਨੂੰ। ਕਿਸੇ ਵੀ ਚੀਜ਼ ਨਾਲ ਗੁਣਾ ਹੋ ਕੇ ਉਹਨੂੰ ਉਹ 0 ਕਰ ਦਿੰਦੀ ਹੈ। ਪਰ ਹੁਣ ਇੱਥੇ ਸੁਣਿਓ, 15 ਭਾਗ ਹੈ 0 ਤੇ 0/15, ਇਹਦਾ ਕੀ ਮਤਲਬ ਆ? ਹੁਣ ਤੁਸੀਂ ਇਸ ਚੀਜ਼ ਨੂੰ ਸਮਝਣ ਦੀ ਕੋਸ਼ਿਸ਼ ਕਰਿਓ ਕਿ ਹਾਂਜੀ 15/0 ਤੇ 0/15। 15/0 ਦਾ ਮਤਲਬ ਆ 15 ਨੂੰ ਭਾਗ ਕਰੋ 0 ਨਾਲ, ਤੇ 0/15 ਦਾ ਮਤਲਬ ਆ 0 ਨੂੰ 15 ਨਾਲ ਭਾਗ ਕਰੋ। ਜਦੋਂ ਤੱਕ ਤੁਸੀਂ ਮੈਥ ਨੂੰ ਸਮਝਦੇ ਨਹੀਂ ਤਾਂ ਮੈਥ ਨੂੰ ਤੁਸੀਂ ਲਾਗੂ ਵੀ ਨਹੀਂ ਕਰ ਸਕਦੇ। 15 ਨੂੰ 0 ਨਾਲ ਭਾਗ ਕਰਨ ਦਾ ਮਤਲਬ ਕੀ ਆ ਕਿ 15 ਨੂੰ
ਇੰਨੇ ਹਿੱਸਿਆਂ 'ਚ ਵੰਡੋ, 0 ਨਾਲ ਭਾਗ ਕਰਕੇ ਦੱਸੋ ਕਿੰਨੇ ਹਿੱਸੇ ਹੋਣਗੇ। ਅਸਲ ਦੇ ਵਿੱਚ 15 ਨੂੰ 0 ਨਾਲ ਵੰਡਿਆ ਹੀ ਨਹੀਂ ਜਾ ਸਕਦਾ, ਕਿਉਂਕਿ ਆਪਾਂ ਨੂੰ ਜਦੋਂ ਕੋਈ ਕਹਿੰਦਾ ਕਿ 15 ਨੂੰ 3 ਨਾਲ ਭਾਗ ਕਰੋ ਤਾਂ ਤੁਸੀਂ ਕਹੋਗੇ 15 ਨੂੰ 3 ਹਿੱਸਿਆਂ 'ਚ ਵੰਡੋ। ਠੀਕ ਆ, 15 ਤੁਹਾਡੇ ਕੋਲ ਮੱਝਾਂ ਨੇ, 3 ਜਾਣਿਆਂ 'ਚ 3 ਭਰਾਵਾਂ 'ਚ ਵੰਡਾਈਆਂ ਪਾਉਣੀਆਂ, ਦੱਸੋ ਇੱਕ ਦੇ ਹਿੱਸੇ ਕਿੰਨੀਆਂ ਮੱਝਾਂ ਆਉਣਗੀਆਂ? ਤੁਸੀਂ ਕਹੋਗੇ 5 5 5। ਇਹਦਾ ਮਤਲਬ 15 ਨੂੰ 1 ਨਾਲ ਭਾਗ ਕਰਾਂਗੇ, ਇੱਕ ਭਰਾ ਏ, 15 ਮੱਝਾਂ ਨੇ ਤੁਹਾਡੇ ਘਰ 'ਚ, ਉਹ ਵੰਡਣੀਆਂ ਹੈ, ਤਾਂ 15 ਦੀਆਂ 15 1 ਨੂੰ ਆ ਜਾਣਗੀਆਂ, 15/1 15। ਪਰ ਕੀ ਕਿਸੇ ਨੂੰ ਸਿਫਰ 'ਚ ਵੰਡਿਆ ਜਾ ਸਕਦਾ ਹੈ? ਤੁਸੀਂ ਕਹੋਗੇ ਸਿਫਰ ਤਾਂ ਬਹੁਤ ਥੋੜ੍ਹਾ ਹੁੰਦਾ ਹੈ, ਬਹੁਤ ਨਜਾਇਜ਼ ਥੋੜ੍ਹਾ। ਜੇ ਬਹੁਤ ਥੋੜ੍ਹੇ ਬੰਦਿਆਂ 'ਚ ਕੋਈ ਚੀਜ਼ ਵੰਡਣੀ ਹੋਵੇ ਤਾਂ ਇਹਦਾ ਜਵਾਬ ਆਉਂਦਾ ਹੈ ਅਨੰਤ। ਮਤਲਬ ਕਿ ਇੰਗਲਿਸ਼ ਵਾਲੇ ਕਹਿਣਗੇ ਇਨਫਿਨਿਟੀ। ਮਤਲਬ 0 ਤੇ ਆਪਣੇ ਆਪ 'ਚ ਬਹੁਤ ਥੋੜ੍ਹੀ ਛੋਟੀ ਜਿਹੀ ਚੀਜ਼ ਆ। ਕਿਸੇ ਵੀ ਚੀਜ਼ ਨੂੰ ਬਹੁਤ ਥੋੜ੍ਹੇ ਜਿਹੇ ਜਾਣਿਆਂ 'ਚ ਵੰਡਣਾ ਪੈ ਜੇ ਤਾਂ ਤੁਸੀਂ ਕਹੋਗੇ ਬਹੁਤ ਜ਼ਿਆਦੀ ਆ ਜੂਗੀ। ਇਸ ਕਰਕੇ ਅੱਜ ਤੋਂ ਬਾਅਦ ਤੁਸੀਂ ਯਾਦ ਰੱਖ ਲਓ, ਕੁਛ ਵੀ ਬਟੇ 0, ਐਨੀਥਿੰਗ ਡਿਵਾਈਡ ਬਾਏ 0 ਇਜ਼ ਆਲਵੇਜ਼ ਇਨਫਾਈਨਾਈਟ। ਇਹਦਾ ਬਹੁਤ ਜ਼ਿਆਦਾ ਆਉਂਦਾ ਹੈ। ਇਨਫਾਈਨਾਈਟ ਮਤਲਬ ਅਨੰਤ। ਕਿਸੇ ਵੀ ਚੀਜ਼ ਨੂੰ 0 ਨਾਲ ਭਾਗ ਕਰਤਾ ਤਾਂ ਸਮਝ ਲਓ 0 ਥੱਲੇ ਹੋਣਾ ਚਾਹੀਦਾ ਤੇ ਆਨਸਰ ਅਨੰਤ ਆਊਗਾ, ਇਨਫਾਈਨਾਈਟ ਆਊਗਾ, ਅਨੰਤ, ਉਹਦਾ ਕੋਈ ਅੰਤ ਨਹੀਂ। ਠੀਕ ਆ, ਪਰ ਜੇ 0 ਕਿਸੇ ਨੰਬਰ ਨਾਲ ਡਿਵਾਈਡ ਹੋ ਜੇ ਤਾਂ ਉਹਨੂੰ 0 ਕਰ ਦਿੰਦੀ ਆ। 0 ਇਹਦਾ ਮਤਲਬ 15 ਹਿੱਸੇ ਕਰੋ 0 ਦੇ। 0 ਆਪਣੇ ਆਪ 'ਚ ਹੀ ਕੁਛ ਨਹੀਂ ਹੈਗਾ, ਉਹਨੂੰ ਭਾਵੇਂ 15 ਹਿੱਸਿਆਂ 'ਚ ਵੰਡ ਲਓ, ਭਾਵੇਂ 12 'ਚ ਵੰਡ ਲਓ, ਭਾਵੇਂ 2 'ਚ ਵੰਡ ਲਓ, ਆਨਸਰ 0 ਆਊਗਾ। ਹੁਣ ਤੁਸੀਂ ਸਮਝ ਗਏ ਕਿ ਕਿਸੇ ਚੀਜ਼ ਨਾਲ 0 ਭਾਗ ਹੋ ਜੇ ਤਾਂ ਉਹਨੂੰ ਅਨੰਤ ਕਰ ਦਿੰਦੀ ਆ, 0 ਨਾਲ ਕੁਛ ਭਾਗ ਹੋ ਜੇ ਤਾਂ 0 ਉਹਨੂੰ 0 ਹੀ ਰਹਿਣ ਦਿੰਦੀ ਆ। ਸੋ ਆਹ ਗੱਲਾਂ ਯਾਦ ਰੱਖਿਓ, ਜਿਹਨੂੰ ਨਾ ਸਮਝ ਆਈਆਂ ਤਾਂ ਉਹ ਟਰੈਪ ਹੋ ਸਕਦਾ ਹੈ। 15/0 ਇੰਗਲਿਸ਼ 'ਚ ਲਿਖਣ ਲੱਗਾ ਇਨਫਾਈਨਾਈਟ, ਅਨੰਤ। 0/15 ਤਾਂ ਇੰਗਲਿਸ਼ 'ਚ ਲਿਖਣ ਲੱਗਾ 0, ਪੰਜਾਬੀ ਵਾਲੇ ਲਿਖ ਲੈਣ ਸਿਫਰ। 15 0 ਕਿਸੇ ਨਾਲ ਵੀ ਗੁਣਾ ਹੋ ਜੇ ਤਾਂ ਉਹਨੂੰ ਵੀ 0 ਕਰ ਦਿੰਦੀ ਆ। 15 'ਚ 0 ਜੋੜਿਆ, 0 ਕਿਸੇ 'ਚ ਵੀ ਜੋੜੋਗੇ ਉਹਦੇ 'ਤੇ ਕੋਈ ਅਸਰ ਨਹੀਂ। 0 ਨੂੰ ਕਿਸੇ 'ਚੋਂ ਵੀ ਘਟਾਓਗੇ ਤਾਂ ਉਸ ਨੰਬਰ 'ਤੇ ਕੋਈ ਅਸਰ ਨਹੀਂ। ਸਭ ਤੋਂ ਪਹਿਲਾਂ ਤਾਂ ਸਾਨੂੰ ਇਹ ਗੱਲ ਸਮਝ ਆ ਜਾਣੀ ਚਾਹੀਦੀ ਆ, ਜੋ ਮੈਂ ਇੱਥੇ ਲਿਖਿਆ ਉਹਨੂੰ ਆਪਾਂ ਕਿਵੇਂ ਲਿਖ ਸਕਦੇ ਹਾਂ। ਇਸ ਚੀਜ਼ ਨੂੰ ਆਪਾਂ ਐਵੇਂ ਲਿਖ ਸਕਦੇ ਹਾਂ ਕਿ ਕੋਈ ਵੀ ਇੱਕ ਸੰਖਿਆ ਹੈ A, ਇਹਨੂੰ 0 ਨਾਲ ਭਾਗ ਕਰੋਗੇ ਤਾਂ ਅਨੰਤ। ਮਤਲਬ ਕਿ ਅਨੰਤ ਦਾ ਮਤਲਬ ਆ ਜਿਹਦਾ ਕੋਈ ਅੰਤ ਨਹੀਂ ਹੈਗਾ। A ਨੂੰ 0 ਨਾਲ ਗੁਣਾ ਕਰਾਂਗੇ ਤਾਂ ਇਸ ਨੂੰ ਕਰ ਦੂਗਾ ਸਿਫਰ। ਠੀਕ ਆ, ਹਾਂ, 0 ਨੂੰ A ਨਾਲ ਭਾਗ ਕਰਾਂਗੇ ਤਾਂ ਇਸ ਨੂੰ ਕਰ ਦੂਗਾ ਸਿਫਰ। A ਦੇ ਵਿੱਚ 0 ਜੋੜ ਦਾਂਗੇ ਤਾਂ ਇਹਦੀ ਸਿਹਤ ਤੇ A ਦੀ ਸਿਹਤ ਤੇ ਕੋਈ ਅਸਰ ਨਹੀਂ। A ਚੋਂ 0 ਘਟਾ ਦਾਂਗੇ, A ਚੋਂ 0 ਘਟਾ ਦਾਂਗੇ ਤਾਂ A ਦੀ ਸਿਹਤ ਤੇ ਕੋਈ ਅਸਰ ਨਹੀਂ। ਇਹ ਗੱਲਾਂ ਜਿਹਨੂੰ ਸਮਝ ਆ ਗਈਆਂ, ਸਮਝ ਲਓ ਕਿ ਉਹ ਮੈਥ ਦੀਆਂ ਸਾਰੇ ਫਾਰਮੂਲੇ ਜਿਹੜੇ ਆ ਉਹਨਾਂ ਨੂੰ ਆਪਣੇ ਆਪ 'ਤੇ ਆਪਣੇ ਦਿਮਾਗ ਨਾਲ ਲਾਗੂ ਕਰ ਸਕਦਾ ਹੈ। ਸੋ ਮੈਥ ਦੇ ਵਿੱਚ ਆਹ ਕੁਛ ਗੱਲਾਂ ਸੀਗੀਆਂ ਜਿਹੜੀਆਂ ਆਪਾਂ ਕੀਤੀਆਂ। ਜੇ ਇਹ ਗੱਲਾਂ ਕੀਤੀਆਂ ਹੋਈਆਂ ਸਮਝ ਆ ਗਈਆਂ ਆਪਾਂ ਨੂੰ ਤਾਂ ਕਿਉਂ ਨਾ ਆਪਾਂ ਥੋੜ੍ਹੇ ਜਿਹੇ ਸਵਾਲ ਹੋਰ ਕੱਢੀਏ। ਠੀਕ ਆ, ਕੁਛ ਕੁ ਮੈਥ ਦੇ ਸਵਾਲ ਨੇ ਜਿਹੜੇ ਆਪਾਂ ਨੂੰ ਕਰ ਲੈਣੇ ਚਾਹੀਦੇ ਆ। ਸਭ ਤੋਂ ਪਹਿਲਾਂ ਹਜੇ ਇੱਕ ਚੀਜ਼ ਮੈਂ ਤੁਹਾਨੂੰ ਨਹੀਂ ਸਮਝਾਈ, ਬ੍ਰੈਕਟ ਦਾ ਮਤਲਬ। ਆਹ ਇੱਕ ਬ੍ਰੈਕਟ ਹੁੰਦੀ ਆ, ਇਸ ਬ੍ਰੈਕਟ ਦਾ ਮਤਲਬ ਹਜੇ ਸਮਝਾਉਣਾ ਬਾਕੀ ਆ। ਪਹਿਲਾਂ ਮੈਂ ਬ੍ਰੈਕਟ ਦਾ ਮਤਲਬ ਸਮਝਾਊਂਗਾ, ਫਿਰ ਮੈਂ ਬਾਕੀ ਚੀਜ਼ਾਂ ਤੁਹਾਡੇ ਨਾਲ ਹੱਲ ਕਰੂੰਗਾ ਬਹਿ ਕੇ। ਠੀਕ ਆ, ਸੋ ਪਹਿਲਾਂ ਆਪਾਂ ਬ੍ਰੈਕਟ ਦਾ ਮਤਲਬ ਸਮਝਾਂਗੇ। ਖੈਰ, ਬ੍ਰੈਕਟ ਦਾ ਮਤਲਬ ਆਪਾਂ ਦੂਜੇ ਪਾਸੇ ਸਮਝ ਕੇ ਆਉਂਦੇ ਹਾਂ, ਆ ਜਾਓ। ਪਰ ਪਹਿਲਾਂ ਮੈਂ ਤੁਹਾਨੂੰ ਤ੍ਰਿਭੁਜਕਾਰ ਸੰਖਿਆਵਾਂ, ਕਈਆਂ ਨੂੰ ਪਤਾ ਹੀ ਨਹੀਂ ਕਿ ਇਹ ਕਿਹੜੀਆਂ ਸੰਖਿਆਵਾਂ ਹੁੰਦੀਆਂ ਬਈ। ਮੈਥ ਕਰਨਾ ਏ ਤਾਂ ਨਾਲ ਨਾਲ ਨੋਟਸ ਬਣਾਉਂਦੇ ਜਾਓ। ਇੰਗਲਿਸ਼ 'ਚ ਇਹਨਾਂ ਨੂੰ ਕਹਿੰਦੇ ਆ ਟਰਾਇੰਗੂਲਰ ਨੰਬਰਸ। ਕਹਿੰਦੇ ਉਹ ਨੰਬਰ ਜਿਹੜੇ ਇੱਕ ਤਿਕੋਣ ਬਣਾ ਲੈਣ, ਜਿਵੇਂ 1 2 3 ਤਿਕੋਣ ਬਣਾ ਸਕਦੇ ਆ, ਜਾਂ 1 2 3 4 5 ਤੇ 6। 6 ਦਾ ਵੀ ਇੱਕ ਤਿਕੋਣ ਬਣ ਸਕਦਾ ਹੈ, 3 ਦਾ ਵੀ ਬਣ ਸਕਦਾ ਹੈ, 4 ਦਾ ਕੋਈ ਤਿਕੋਣ ਨਹੀਂ ਬਣ ਸਕਦਾ। ਠੀਕ ਆ, ਜਿਹੜੇ ਸੰਖਿਆਵਾਂ ਦਾ ਤਿਕੋਣ ਬਣ ਸਕਦਾ ਹੈ 1 3 6, 6 ਤੋਂ ਬਾਅਦ 10, 10 ਤੋਂ ਬਾਅਦ 15। ਹੁਣ ਦੇਖੋ ਕਿਹੜੇ ਦਾ। ਜੇ ਤੁਸੀਂ 1 ਗੁਣਾ 2/1 ਕਰੋਗੇ ਤਾਂ ਆਨਸਰ ਆਊਗਾ 1, 1 ਦਾ ਤਿਕੋਣ ਬਣ ਸਕਦਾ ਹੈ। ਫਿਰ ਤੁਸੀਂ 2 ਗੁਣਾ 3/2 ਕਰੋਗੇ ਤਾਂ ਆਨਸਰ ਆਊਗਾ 3, ਇਹਦਾ ਵੀ ਤਿਕੋਣ ਬਣੂਗਾ 3 ਦਾ ਵੀ। ਫਿਰ ਉਸ ਤੋਂ ਬਾਅਦ 3 ਗੁਣਾ 4/2 ਕਰੋਗੇ, ਆਨਸਰ ਆਊਗਾ
6 ਇਹਦਾ ਵੀ ਤਿਕੋਣ ਬਣੂਗਾ। ਫਿਰ ਤੁਸੀਂ 4 ਗੁਣਾ 5/2 ਕਰੋਗੇ 20/2 10 ਇਹਦਾ ਵੀ ਤਿਕੋਣ ਬਣ ਸਕਦਾ ਹੈ। ਫਿਰ ਤੁਸੀਂ 5 ਗੁਣਾ 6/2 ਕਰੋਗੇ, ਠੀਕ ਆ 15 ਇਹਦਾ ਵੀ ਤਿਕੋਣ ਬਣ ਸਕਦਾ ਹੈ। ਫਿਰ ਤੁਸੀਂ 6 ਗੁਣਾ 7/2 ਕਰੋਗੇ 21 ਇਹਦਾ ਵੀ ਤਿਕੋਣ ਬਣ ਸਕਦਾ ਹੈ। ਫਿਰ ਤੁਸੀਂ 7 ਗੁਣਾ 8/2 ਕਰੋਗੇ, ਠੀਕ ਆ 28 ਇਹਦਾ ਵੀ ਤਿਕੋਣ ਬਣ ਸਕਦਾ ਹੈ। ਫਿਰ ਤੁਸੀਂ 8 ਗੁਣਾ 9/2 ਕਰੋਗੇ 72 ਇਹਦਾ ਵੀ ਤਿਕੋਣ ਬਣ ਸਕਦਾ ਹੈ। ਤੁਸੀਂ ਐਵੇਂ ਕਰਕੇ ਕਿਹੜੀ ਕਿਹੜੀ ਸੰਖਿਆ ਜਿਹੜੀ ਆ ਉਹ ਤ੍ਰਿਭੁਜਕ ਸੰਖਿਆ ਹੈ, ਮਤਲਬ ਟ੍ਰਾਇੰਗੂਲਰ ਨੰਬਰ ਆ 1 3 6 10 15 21 28 72 ਕੋਈ ਵੀ ਸੰਖਿਆ ਜਿਹੜੀ ਆ ਉਹਦਾ ਪਤਾ ਕਰ ਸਕਦੇ ਹੋ। ਅਗਲੀ ਤ੍ਰਿਭੁਜਕ ਸੰਖਿਆ ਹੈਗੀ ਆ 9 ਗੁਣਾ 10/2 9 ਗੁਣਾ 8/2 ਸੌਰੀ ਤੇ 72 ਲਿਖਤਾ 36, ਠੀਕ ਆ ਇਹ ਆ ਗਿਆ ਆਪਣੇ ਕੋਲ 45। ਫਿਰ ਉਸ ਤੋਂ ਬਾਅਦ 10 ਗੁਣਾ 11/2 55 ਪੇਪਰ 'ਚ ਆ ਸਕਦਾ ਕਿ 1 ਤੋਂ ਲੈ ਕੇ 100 ਤੱਕ, ਠੀਕ ਆ ਕਿੰਨੀਆਂ ਸੰਖਿਆਵਾਂ ਜਿਹੜੀਆਂ ਨੇ ਉਹ ਤ੍ਰਿਭੁਜਕ ਟ੍ਰਾਇੰਗੂਲਰ ਨੰਬਰ ਨੇ 1 ਤੋਂ ਲੈ ਕੇ 50 ਤੱਕ ਦੱਸੋ। 1 2 3 4 5 6 7 8 ਤੇ 9 ਸੰਖਿਆ ਇਹੋ ਜਿਹੀਆਂ ਨੇ ਜਿਹੜੀਆਂ ਆਪਣੀਆਂ ਤ੍ਰਿਭੁਜਕ ਨੇ, ਮਤਲਬ ਟ੍ਰਾਇੰਗੂਲਰ ਨੰਬਰਸ ਨੇ। ਸੋ ਕਿਸੇ ਵੀ ਤਰੀਕੇ ਦਾ ਸਵਾਲ ਤੁਹਾਨੂੰ ਜੇ ਪੇਪਰ 'ਚ ਆ ਜੇ ਤਾਂ ਤੁਹਾਨੂੰ ਘੱਟੋ ਘੱਟ ਪਤਾ ਹੋਣਾ ਚਾਹੀਦਾ ਕਿ ਆਪਾਂ ਕਰ ਕੀ ਰਹੇ ਹਾਂ, ਆਪਣੀ ਕਹਾਣੀ ਕੀ ਹੈ। ਅਗਲੇ ਸਵਾਲ ਕਰਨ ਤੋਂ ਪਹਿਲਾਂ, ਠੀਕ ਆ ਅਗਲੇ ਸਵਾਲ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਕੁਝ ਸਵਾਲ ਪੁੱਛਣਾ ਚਾਹੁੰਦਾ ਕਿ ਸਭ ਤੋਂ ਛੋਟੀ ਪੂਰਨ ਸੰਖਿਆ ਤੁਸੀਂ ਕਹੋਗੇ 0, ਸਭ ਤੋਂ ਛੋਟੀ ਕੁਦਰਤੀ ਸੰਖਿਆ ਤੁਸੀਂ ਕਹੋਗੇ 1। ਅਗਲੀ ਗੱਲ, ਵਟ ਇਜ਼ ਐਡੀਟਿਵ ਆਇਡੈਂਟੀਟੀ, ਇਹ ਨਹੀਂ ਮੈਂ ਤੁਹਾਨੂੰ ਹਜੇ ਦੱਸਿਆ। ਤੇ ਇੱਕ ਗੱਲ ਹੋਰ, ਇਹਨੂੰ ਪੰਜਾਬੀ 'ਚ ਕਹਿੰਦੇ ਆ ਜੁੜਨਾਤਮਕ ਤਤਸਮਕ। ਐਡੀਟਿਵ ਆਇਡੈਂਟੀਟੀ ਕੀ ਹੈ? ਐਡੀਟਿਵ ਆਇਡੈਂਟੀਟੀ ਦਾ ਮਤਲਬ ਉਹ ਸੰਖਿਆ ਜਿਹਨੂੰ ਕਿਸੇ ਵਿੱਚ ਜੋੜ ਕੇ ਉਸ ਸੰਖਿਆ 'ਤੇ ਕੋਈ ਅਸਰ ਨਾ ਹੋਵੇ, ਉਹਨੂੰ ਕਹਿੰਦੇ ਆ ਐਡੀਟਿਵ ਆਇਡੈਂਟੀਟੀ, ਜਾਨੀ ਕਿ ਜੁੜਨਾਤਮਕ ਤਤਸਮ। ਪੇਪਰ 'ਚ ਆਉਣ ਵਾਲਾ ਸਵਾਲ ਹੈ ਛੋਟੇ ਪੇਪਰਾਂ 'ਚ। ਕਿਹੜੇ ਪੇਪਰਾਂ 'ਚ? ਜਿਵੇਂ BPT ਵਗੈਰਾ ਦੇ ਪੇਪਰ 'ਚ ਆ ਸਕਦਾ ਹੈ, ਕਾਂਸਟੇਬਲ ਦੇ ਪੇਪਰ 'ਚ ਆ ਸਕਦਾ ਹੈ, PSSB ਦੇ ਪੇਪਰਾਂ 'ਚ ਆ ਸਕਦਾ ਹੈ। ਐਡੀਟਿਵ ਆਇਡੈਂਟੀਟੀ ਉਹ ਕਿਹੜੀ ਸੰਖਿਆ ਹੈ ਜਿਹਨੂੰ ਕਿਸੇ 'ਚ ਵੀ ਜੋੜ ਕੇ ਉਸ ਸੰਖਿਆ 'ਤੇ ਕੋਈ ਅਸਰ ਨਹੀਂ ਪੈਂਦਾ। ਦੱਸੋ A ਦੇ ਵਿੱਚੋਂ ਕਿਹੜੀ ਸੰਖਿਆ ਜੋੜੀਏ ਕਿ ਕੋਈ ਅਸਰ ਨਾ ਪਵੇ? ਤੁਸੀਂ ਕਹੋਗੇ ਸਰ 0। ਤਾਂ ਇਹ ਜੁੜਨਾਤਮਕ ਤਤਸਮਕ ਹੈ, ਇਹ ਐਡੀਟਿਵ ਆਇਡੈਂਟੀਟੀ ਆ। ਮਲਟੀਕੇਟਿਵ ਆਇਡੈਂਟੀਟੀ ਕੀ ਆ? ਗੁਣਨਾਤਮਕ ਤਤਸਮ ਕੀ ਹੁੰਦਾ ਹੈ? ਗੁਣਨਾਤਮਕ ਤਤਸਮ ਦਾ ਮਤਲਬ ਹੁੰਦਾ ਹੈ ਇੱਕ ਅਜਿਹੀ ਸੰਖਿਆ ਜਿਹਨੂੰ ਕਿਸੇ ਨਾਲ ਗੁਣਾ ਕਰਕੇ ਉਸ ਸੰਖਿਆ 'ਤੇ ਕੋਈ ਅਸਰ ਨਾ ਪਵੇ। ਤਾਂ ਤੁਸੀਂ ਕਹੋਗੇ ਸਰ 1। ਤਾਂ ਗੁਣਨਾਤਮਕ ਆਇਡੈਂਟੀਟੀ ਜਿਹੜੀ ਆ ਉਹ 1 ਹੁੰਦੀ ਹੈ। ਸੋ ਵਟ ਇਜ਼ ਐਡੀਟਿਵ ਆਇਡੈਂਟੀਟੀ? ਜੁੜਨਾਤਮਕ ਤਤਸਮ। ਤੇ ਵਟ ਇਜ਼ ਮਲਟੀਕੇਟਿਵ ਆਇਡੈਂਟੀਟੀ? ਗੁਣਨਾਤਮਕ ਤਤਸਮ। ਸੋ 0 ਇੱਕ ਜੁੜਨਾਤਮਕ ਤਤਸਮ ਤੇ 1 ਇੱਕ ਗੁਣਨਾਤਮਕ ਤਤਸਮ ਆ। ਮਤਲਬ 0 ਇਜ਼ ਐਡੀਟਿਵ ਆਇਡੈਂਟੀਟੀ ਐਂਡ 1 ਇਜ਼ ਮਲਟੀਕੇਟਿਵ ਆਇਡੈਂਟੀਟੀ। ਸੋ ਇਹ ਆਪਾਂ ਨੂੰ ਚੰਗੀ ਤਰ੍ਹਾਂ ਸਮਝ ਆ ਗਿਆ। ਨੈਕਸਟ ਅਗਲਾ ਸਵਾਲ, ਠੀਕ ਆ, ਕਿਉਂਕਿ ਇਸ ਲੈਵਲ ਦੇ ਸਵਾਲ ਕਰਕੇ ਹੀ ਆਪਾਂ ਅਗਲੇ ਲੈਵਲ ਦੇ ਸਵਾਲਾਂ ਨੂੰ ਹੱਥ ਪਾ ਸਕਦੇ ਹਾਂ। ਸੋ ਬੜੇ ਤਰੀਕੇ ਨਾਲ ਸਾਨੂੰ ਇਹਨਾਂ ਸਵਾਲਾਂ ਨੂੰ ਚੰਗੀ ਤਰ੍ਹਾਂ ਹੱਲ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ, ਠੀਕ ਆ। ਤੁਸੀਂ ਸਾਡੇ ਨਾਲ ਜੇ ਜੁੜੇ ਹੋਏ ਹੋ ਨਾ, ਤਾਂ ਮੈਂ ਤੁਹਾਨੂੰ ਇੱਕ ਚੰਗੀ ਤਰ੍ਹਾਂ ਇੱਕ ਸਲਾਹ ਦੇ ਸਕਦਾ ਕਿ ਤੁਸੀਂ ਸਾਡੇ ਨਾਲ ਕਿਹੜੇ ਪੇਪਰ ਦੀ ਤਿਆਰੀ ਵਾਸਤੇ, ਜੇ ਤੁਸੀਂ ਸਾਡੇ ਨਾਲ ਪੰਜਾਬ ਪੁਲਿਸ ਕਾਂਸਟੇਬਲ ਦੇ ਪੇਪਰ ਦੀ ਤਿਆਰੀ ਕਰਨਾ ਚਾਹੁੰਦੇ ਹੋ, ਠੀਕ ਆ, ਪਿਓਰ ਪੰਜਾਬੀ 'ਚ, ਪਰ ਸ਼ਰਤ ਇਹ ਆ ਪਿਓਰ ਪੰਜਾਬੀ ਮੀਡੀਅਮ। ਜਾਂ ਦੂਸਰਾ ਸਾਡਾ ਜਿਹੜਾ ਮੇਨ ਕੋਰਸ ਆ ਸਾਡਾ ਉਹ ਪੰਜਾਬ ਪੁਲਿਸ BPT ਜਿਹੜਾ ਹੈ, ਤੁਸੀਂ ਉਹਦੀ ਸਾਰੀ ਤਿਆਰੀ ਕਰਨਾ ਚਾਹੁੰਦੇ ਹੋ ਪਿਓਰ ਪੰਜਾਬੀ ਮੀਡੀਅਮ 'ਚ, ਲਾਅ ਦੀ ਤਿਆਰੀ ਵੀ ਕਰਨਾ ਚਾਹੁੰਦੇ ਹੋ, ਪੂਰੇ ਦੇ ਪੂਰੇ 95 ਨੰਬਰ ਦੇ ਪੇਪਰ ਦੀ ਤਿਆਰੀ, ਚਾਹੇ ਤੁਸੀਂ ਆਰਮਡ ਕੈਡਰ ਦਾ ਪੇਪਰ ਭਰਨਾ ਹੈ, ਚਾਹੇ ਤੁਸੀਂ ਡਿਸਟ੍ਰਿਕਟ ਕੈਡਰ ਦਾ ਭਰਨਾ, ਰੇਲਵੇ ਵਾਲਾ, ਪੁਲਿਸ ਦਾ ਪ੍ਰਮੋਸ਼ਨ ਦਾ ਪੇਪਰ ਆ, ਤੁਸੀਂ ਇਸ ਨੰਬਰ 'ਤੇ ਸੰਪਰਕ ਕਰੋ। ਤੇ ਸਾਡੀ ਪਟਿਆਲਾ ਕਲਾਸਿਸ ਦੀ ਜਿਹੜੀ ਐਪ ਆ, ਪਟਿਆਲਾ ਕਲਾਸਿਸ ਐਂਡਰੋਇਡ ਤੋਂ ਡਾਊਨਲੋਡ ਕਰ ਲਓ। ਪਟਿਆਲਾ ਕਲਾਸਿਸ, ਮਾਸਟਰ ਕਲਾਸਿਸ ਪਟਿਆਲਾ ਨਹੀਂ, ਇਹਨਾਂ ਕੋਰਸਾਂ ਵਾਸਤੇ ਪਟਿਆਲਾ ਕਲਾਸਿਸ। ਤਾਂ ਬੜੇ ਪਿਓਰ ਪੰਜਾਬੀ ਮੀਡੀਅਮ 'ਚ ਜੇ ਤੁਸੀਂ ਕੰਟੈਂਟ ਚਾਹੁੰਦੇ ਹੋ ਤਾਂ ਤੁਹਾਨੂੰ ਇੱਥੇ ਮਿਲ ਸਕਦਾ ਹੈ, ਠੀਕ ਆ। ਤੁਸੀਂ ਕਿਸੇ ਵੀ ਤਰੀਕੇ ਦੀ ਕਨਫਿਊਜ਼ਨ ਹੋਵੇ ਤਾਂ ਇਸ ਨੰਬਰ 'ਤੇ ਵੀ ਸੰਪਰਕ ਕਰ ਸਕਦੇ ਹੋ। ਸੋ ਹਰ ਚੀਜ਼ ਦਾ ਮਸਲਾ ਜਿਹੜਾ ਹੈ ਉਹਨੂੰ ਹੱਲ ਕੀਤਾ ਜਾਊਗਾ। ਸੋ ਨੈਕਸਟ ਅੱਗੇ ਚੱਲਦੇ ਹਾਂ ਜੀ। ਅਗਲਾ ਸਵਾਲ, ਅਸੀਂ ਸਭ ਤੋਂ ਪਹਿਲਾਂ ਛੋਟੇ ਪੱਧਰ 'ਤੇ ਮੈਥ ਇਸ ਕਰਕੇ ਪੜ੍ਹ ਰਹੇ ਹਾਂ ਤਾਂ ਕਿ ਹਰ ਚੀਜ਼ ਜਿਹੜੀ ਆ ਤੁਹਾਨੂੰ ਸਮਝ ਆ ਸਕੇ, ਠੀਕ ਆ। ਅੱਗੇ ਆ ਜਾਓ। ਕਹਿੰਦੇ ਵੱਡੇ ਤੋਂ ਵੱਡੀ 3 ਅੰਕਾਂ ਦੀ ਸੰਖਿਆ, ਉਸ ਦਾ ਸਕਸੈਸਰ ਦੱਸੋ, ਮਤਲਬ ਉਸ ਦਾ ਅਗੇਤਰ। ਵੱਡੇ ਤੋਂ ਵੱਡੀ 3 ਅੰਕਾਂ ਦੀ ਸੰਖਿਆ 999 ਹੁੰਦੀ ਹੈ। ਵੱਡੀ ਤੋਂ ਵੱਡੀ 2 ਅੰਕਾਂ ਦੀ ਸੰਖਿਆ 99 ਹੁੰਦੀ ਹੈ।
ਵੱਡੇ ਤੋਂ ਵੱਡੀ ਇੱਕ ਅੰਕਾਂ ਦੀ ਸੰਖਿਆ 9 ਹੁੰਦੀ ਹੈ। ਇਸ ਦਾ ਅਗੇਤਰ ਕੀ ਆਊਗਾ 10, ਜਾਣੀ ਕਿ 2 ਅੰਕਾਂ ਦੀ ਛੋਟੀ ਤੋਂ ਛੋਟੀ ਸੰਖਿਆ। ਇਹਦਾ ਅਗੇਤਰ ਕੀ ਆਊਗਾ 100, ਜਾਣੀ ਕਿ 3 ਅੰਕਾਂ ਦੀ ਛੋਟੀ ਤੋਂ ਛੋਟੀ ਸੰਖਿਆ। 999 ਇਹਦਾ ਅਗੇਤਰ ਕੀ ਆਊਗਾ 1000, 4 ਅੰਕਾਂ ਦੀ ਛੋਟੀ ਤੋਂ ਛੋਟੀ ਸੰਖਿਆ। ਮਤਲਬ 3 ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ ਜਾਣੀ ਕਿ 999 ਦਾ ਅਗੇਤਰ ਕੀ ਹੋਊਗਾ, ਉਸ ਤੋਂ ਇੱਕ ਅਗਲਾ ਕੀ ਹੋਊਗਾ 1000। ਆ ਲਓ ਜੀ ਸਵਾਲ। ਸੋ ਐਵੇਂ ਦੇ ਸਵਾਲ ਜਿਹੜੇ ਆ ਜੀ ਉਹ ਅਸੀਂ ਤੁਹਾਡੇ ਸਾਹਮਣੇ ਲੈ ਕੇ ਆਏ ਹਾਂ, ਠੀਕ ਆ। ਇਸ ਤੋਂ ਅਗਲੇ ਲੈਕਚਰ ਦੇ ਵਿੱਚ ਅਸੀਂ ਇਹ ਕੋਸ਼ਿਸ਼ ਕਰਾਂਗੇ ਕਿ ਤੁਹਾਨੂੰ ਬ੍ਰੈਕਟਾਂ ਖੋਲ੍ਹਣੀਆਂ ਸਿਖਾਈਏ, ਜੋੜਨਾ ਸਿਖਾਈਏ, ਘਟਾਉਣਾ ਸਿਖਾਈਏ, ਗੁਣਾ ਕਰਨੀ ਸਿਖਾਈਏ। ਕਿਉਂਕਿ ਅਸਲ ਦੇ ਵਿੱਚ ਜੇ ਅਸੀਂ ਵਧੀਆ ਲੈਵਲ ਦੇ ਸਵਾਲਾਂ ਤੱਕ ਪਹੁੰਚਣਾ ਨਾ, ਜਿਵੇਂ ਆਹ ਸਵਾਲ ਨੇ ਸਾਰੇ ਜਿਹੜੇ ਤੁਹਾਡੇ ਪੇਪਰਾਂ 'ਚ ਆਉਂਦੇ ਆ ਕਿ ਇੱਕ ਭਰਾ ਦੀਆਂ ਇੰਨੀਆਂ ਭੈਣਾਂ ਤੇ ਇੰਨੇ ਭਰਾ ਨੇ, ਇਹ ਸਾਰੇ ਮਸਲੇ ਜਿਹੜੇ ਆ ਤੁਹਾਡੇ ਤਾਂ ਹੱਲ ਹੋ ਸਕਣਗੇ। ਆ ਸਾਰੇ ਸਵਾਲ ਜਿਹੜੇ ਆ ਜੇਕਰ ਬੇਸਿਕਸ ਤੋਂ ਤੁਹਾਨੂੰ ਮੈਥ ਆਉਂਦਾ ਹੋਊਗਾ। ਅਤੇ ਮੇਰੀ ਇਹ ਜ਼ਿੰਮੇਵਾਰੀ ਆ ਕਿ ਇੱਕ ਚੰਗੇ ਪੱਧਰ 'ਤੇ ਜਿਹੜਾ ਮੈਥ ਆ ਉਹ ਤੁਹਾਨੂੰ ਕਰਾਇਆ ਜਾਵੇ। ਕਿਉਂਕਿ ਜੇ ਵਧੀਆ ਲੈਵਲ 'ਤੇ ਅਸੀਂ ਤੁਹਾਨੂੰ ਮੈਥ ਨਾ ਕਰਾ ਸਕੇ, ਪ੍ਰੈਕਟਿਸ ਨਾ ਕਰਾ ਸਕੇ, ਫਿਰ ਉਹਦਾ ਕੋਈ ਬਹੁਤਾ ਫਾਇਦਾ ਨਹੀਂ ਹੋਣਾ। ਸੋ ਇੱਕ ਬਹੁਤ ਵਧੀਆ ਲੈਵਲ 'ਤੇ ਜੇ ਤੁਸੀਂ ਮੈਥ ਕਰਨਾ ਹੈ ਤਾਂ ਤੁਹਾਨੂੰ ਸਾਰੀਆਂ ਚੀਜ਼ਾਂ ਚੰਗੀ ਤਰ੍ਹਾਂ ਸਮਝ ਆਉਣੀਆਂ ਚਾਹੀਦੀਆਂ। ਅਤੇ ਮੈਂ ਤੁਹਾਡੀ ਜਾਣਕਾਰੀ ਵੀ ਦੱਸਦਾ, ਜਿਹੜੇ ਬੱਚੇ ਵੀ ਕਾਂਸਟੇਬਲ ਦੇ ਪੇਪਰ ਦੀ ਤਿਆਰੀ ਕਰ ਰਹੇ ਆ, ਸਾਡੀਆਂ ਇਹ 2 ਕਿਤਾਬਾਂ ਦਾ ਸੈੱਟ ਆ, ਠੀਕ ਆ। ਅਤੇ ਇਸੇ ਤਰੀਕੇ ਨਾਲ BPT ਦੇ ਪੇਪਰ ਵਾਸਤੇ ਸਾਡੀ ਕਿਤਾਬ ਬਣ ਰਹੀ ਆ, ਜਿਹਦੇ 'ਚ 75 ਨੰਬਰ ਦਾ ਲਾਅ, 20 ਨੰਬਰ ਦੀ ਮੈਥ, ਰੀਜ਼ਨਿੰਗ ਅਤੇ GK, ਪੂਰੇ 95 ਨੰਬਰ ਨੂੰ ਫੋਕਸ ਕਰਕੇ ਪਿਓਰ ਪੰਜਾਬੀ ਮੀਡੀਅਮ 'ਚ ਕੰਟੈਂਟ ਜਿਹੜਾ ਇਹ ਤਿਆਰ ਹੋ ਰਿਹਾ ਹੈ। ਪੂਰੇ ਪੰਜਾਬੀ 'ਚ ਲੈਕਚਰ ਤਿਆਰ ਹੋ ਰਿਹਾ ਪਿਓਰ ਪੰਜਾਬੀ 'ਚ, ਅਤੇ ਉਦਾਹਰਨਾਂ ਦੇ ਕੇ, ਤਾਂ ਕਿ ਤੁਸੀਂ ਆਪਣੀ ਨੌਕਰੀ ਦੇ ਨਾਲ ਨਾਲ ਬੜੇ ਆਰਾਮ ਨਾਲ BPT ਦੀ ਤਿਆਰੀ ਕਰ ਸਕੋ। ਉਮੀਦ ਕਰਦਾ ਕਿ ਤੁਹਾਨੂੰ ਇਹ ਲੈਕਚਰ ਸਮਝ ਆਇਆ ਹੋਊਗਾ। ਅੱਜ ਵਾਸਤੇ ਇੰਨਾ ਹੀ ਬਹੁਤ ਆ। ਧੰਨਵਾਦ।